ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਗੁਣ ਸ਼ਬਦ ਦੀ ਜੋ ਵਖਿਆਨ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਕਰਨ ਜਾ ਰਹੇ ਹਾਂ। ਸੋ ਆਓ ਸਾਰੇ ਹੀ ਮਾਈ ਭਾਈ ਭੈਣ ਭਰਾ ਸਾਧ ਸੰਗਤ ਖਾਲਸਾ ਰੂਪ ਸੰਗਤ ਸਾਰੇ ਹੀ ਆਪਣਾ ਮਨ ਬਿਰਤੀਆਂ ਇਕਾਗਰ ਕਰਨਾ ਜੀ। ਔਰ ਅਸੀਂ ਸਾਰੇ ਹੀ ਇਸ ਸ਼ਬਦ ਨੂੰ ਜਾਣਨ ਦੀ ਨਿਮਾਣੀ ਜੀ ਕੋਸ਼ਿਸ਼ ਕਰੀਏ ਕਿ ਗੁਣ ਕੀ ਹੈ। ਜਿਸ ਚੀਜ਼ ਦੁਆਰਾ ਆਦਮੀ ਦੁਨੀਆ ਵਿੱਚ ਮਾਣ ਪਾਉਂਦਾ ਹੈ ਤੇ ਸੁਜਸ ਪ੍ਰਾਪਤ ਕਰਦਾ ਹੈ ਤੇ ਵਾਹਿਗੁਰੂ ਨਾਲ ਮਨ ਜੋੜਦਾ ਹੈ ਅਥਵਾ ਜਸ ਖੱਟਦਾ ਹੈ, ਉਸ ਦਾ ਨਾਮ ਗੁਣ ਹੈ। ਇਹ ਗੁਣ ਦੁਨੀਆ ਵਿੱਚ ਦੋ ਤਰ੍ਹਾਂ ਦੇ ਹਨ, ਸ਼ੁਭ ਗੁਣ ਤੇ ਅਵਗੁਣ। ਅਤੇ ਆਦਮੀ ਦੀ ਪ੍ਰੀਖਿਆ ਹਮੇਸ਼ਾ ਗੁਣਾਂ ਦੀ ਹੁੰਦੀ ਹੈ, ਚਾਹੇ ਮਾੜੇ ਹੋਣ ਚਾਹੇ ਚੰਗੇ ਹੋਣ। ਜਦ ਜੀਵ ਛੋਟੀ ਅਵਸਥਾ ਵਿਖੇ ਹੁੰਦਾ ਹੈ ਤਾਂ ਉਸ ਵਕਤ ਆਪਣੇ ਮਾਪਿਆਂ ਪਾਸੋਂ ਜਾਂ ਉਸਤਾਦ ਪਾਸੋਂ ਗੁਣਾਂ ਨੂੰ ਸਿੱਖ ਕੇ ਆਪਣੇ ਹਿਰਦੇ ਵਿਖੇ ਸੰਗ੍ਰਹਿ ਕਰਦਾ ਹੈ। ਹਰ ਸਮੇਂ ਹਰ ਮੌਕੇ ਭਲਾ ਪੁਰਸ਼ ਸਤ ਸੰਗਤ ਵਿੱਚ ਜਾ ਕੇ ਸ਼ੁਭ ਗੁਣਾਂ ਦੀ ਹੀ ਪ੍ਰਾਪਤੀ ਕਰਦਾ ਹੈ, ਕਿਉਂਕਿ ਸਤ ਸੰਗਤ ਵਿੱਚ ਗੁਰੂ ਜੀ ਦੀ ਬਾਣੀ ਦਾ ਪਾਠ ਹੁੰਦਾ ਹੈ ਤੇ ਇਹ ਹੁਕਮ ਮਿਲਦਾ ਹੈ, ਸਾਜ ਕਰੀਜੈ ਗੁਣਹਿ ਕੀਰੀ ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ। ਸੋ ਉੱਥੇ ਅਵਗੁਣਾਂ ਦਾ ਤਿਆਗ ਕਰੀ ਜਾਂਦਾ ਹੈ ਤੇ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਅਰਥਾਤ ਗੁਣ ਗ੍ਰਾਹੀ ਬਣ ਜਾਂਦਾ ਹੈ। ਸੋ ਐਸੇ ਗੁਣ ਗ੍ਰਾਹੀ ਪੁਰਸ਼ਾਂ ਦਾ ਨਾਮ ਗੁਰੂ ਜੀ ਨੇ ਗੁਰਮੁਖ ਦੱਸਿਆ ਹੈ। ਦੂਸਰੇ ਕੋਈ ਜੀਵ ਛੋਟਾ ਹੁੰਦਾ ਐਸੇ ਪੁਰਸ਼ਾਂ ਦੀ ਸੰਗਤ ਕਰਦਾ ਹੈ ਕਿ ਜਿਹੜੇ ਮਲੀਨ ਹਿਰਦੇ ਵਾਲੇ ਹਨ ਤੇ ਸਦਾ ਭੈੜੇ ਕੰਮਾਂ ਵਿੱਚ ਹੀ ਲੰਪਟ ਰਹਿੰਦੇ ਹਨ। ਸੋ ਉਹਨਾਂ ਪੁਰਸ਼ਾਂ ਦੀ ਸੰਗਤ ਕਰਦਾ ਹੋਇਆ ਜੀਵ ਅਵਗੁਣਾਂ ਨੂੰ ਸੰਗ੍ਰਹਿ ਕਰਦਾ ਹੈ ਤੇ ਐਸੇ ਪੁਰਸ਼ਾਂ ਦਾ ਨਾਮ ਗੁਰੂ ਜੀ ਨੇ ਮਨਮੁਖ ਦੱਸਿਆ ਹੈ। ਗੁਣ ਕਰਤਵੈ ਦਾ ਨਾਮ ਵੀ ਹੈ। ਜੋ ਜੋ ਕਿਸੇ ਪਾਸ ਵਿਦਿਆ ਹੁਨਰ ਆਦਿਕ ਗੁਣ ਹਨ, ਉਸ ਦੇ ਉਹ ਵੀ ਗੁਣ ਹੀ ਸੱਦੇ ਜਾਂਦੇ ਹਨ। ਗੁਣ ਹੋਣ ਕਰਕੇ ਹੀ ਜੀਵ ਹਰ ਮੁਲਕ ਵਿੱਚ ਹਰ ਜਗ੍ਹਾ ਮਾਣ ਇੱਜ਼ਤ ਵਡਿਆਈ ਪਾਉਂਦਾ ਹੈ ਤੇ ਹਰ ਜਗ੍ਹਾ ਗੁਣੀ ਦੀ ਕਦਰ ਹੁੰਦੀ ਹੈ ਤੇ ਦੁਨੀਆ ਗੁਣਵਾਨ ਪੁਰਸ਼ਾਂ ਦੇ ਜੋ ਕਿ ਕਿਸੇ ਚੰਗੇ ਕਰਤੱਵ ਨੂੰ ਕਰਨ ਵਾਲਾ ਜਾਂ ਸ੍ਰੇਸ਼ਟ ਗੁਣਾਂ ਵਾਲਾ ਹੋਵੇ ਮੂੰਹ ਵੱਲ ਦੇਖਦੀ ਰਹਿ ਜਾਂਦੀ ਹੈ ਤੇ ਕਹਿੰਦੀ ਹੈ ਕਿ ਇਸ ਗੁਣੀ ਦੇ ਮੂੰਹੋਂ ਤਾਂ ਵਿਚਾਰ ਰੂਪੀ ਮੋਤੀ ਫੁੱਲ ਘਿਰਦੇ ਹਨ ਤੇ ਸੁਣਨ ਵਾਲਿਆਂ ਨੂੰ ਵੱਡਾ ਲਾਭ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹਰ ਇੱਕ ਗੁਣੀ ਅਥਵਾ ਕਾਰੀਗਰ ਦੀ ਕਾਰੀਗਰੀ ਦੀ ਕਦਰ ਹੁੰਦੀ ਹੈ ਤੇ ਸਭ ਲੋਕ ਉਸ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਵੇਖ ਕੇ ਖੁਸ਼ ਹੁੰਦੇ ਤੇ ਕਹਿੰਦੇ ਹਨ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਜੀਰਾ, ਤਜ ਚਿੱਤਰੈ ਚਿਤ ਰਾਖ ਚਿਤੇਰਾ। ਇਹ ਗੁਰੂ ਸਾਹਿਬ ਜੀ ਦੀ ਬਾਣੀ 340 ਅੰਗ ਤੇ ਗੌੜੀ 52 ਅੱਖਰੀ ਜੋ ਕਬੀਰ ਜੀ ਦੀ ਹੈ, ਉਸ ਵਿੱਚੋਂ ਹੈ। ਇਸ ਸ਼ਬਦ ਵਿੱਚ ਵਾਹਿਗੁਰੂ ਵੱਲ ਇਸ਼ਾਰਾ ਹੈ
ਜਿਸ ਨੇ ਕੁੱਲ ਦੁਨੀਆ ਦੇ ਰਚਣ ਦੀ ਤੇ ਸਜਾਵਟ ਕਰਨ ਦੀ ਕਾਰੀਗਰੀ ਕੀਤੀ ਹੈ। ਵਾਹ ਵਾਹ ਚਿੱਤਰਕਾਰ ਕਾਰੀਗਰ ਦੇ ਗੁਣ ਦੀ ਸਭ ਜਗ੍ਹਾ ਕਦਰ ਹੁੰਦੀ ਹੈ। ਜਿੱਥੇ ਕਿਸੇ ਦਾ ਕੋਈ ਸਰਬੰਧੀ ਨਹੀਂ, ਕੋਈ ਪਿਆਰਾ ਹਿਤੂ ਨਹੀਂ, ਕੋਈ ਗੁਰ ਭਾਈ ਨਹੀਂ, ਨਾ ਕੋਈ ਦੇਸ਼ ਦਾ ਆਦਮੀ ਹੈ, ਪਰਦੇਸ਼ ਹੋਣ ਕਰਕੇ ਪਰਦੇਸੀ ਲੋਕ ਹੀ ਨਜ਼ਰ ਆਉਂਦੇ ਹਨ। ਉਥੇ ਗੁਣੀ ਆਦਮੀ ਪਾਸ ਗੁਣ ਹੋਣ, ਸਭ ਲੋਕ ਮਿੱਤਰ ਤੇ ਵਾਕਫ ਬਣ ਜਾਂਦੇ ਹਨ ਅਤੇ ਕਦਰ ਕਰਦੇ ਹਨ। ਸੋ ਗੁਣੀ ਆਦਮੀ ਦਾ ਪਰਦੇਸ ਵਿੱਚ ਕਦਰ ਗੁਣ ਹੀ ਕਰਾਉਂਦੇ ਹਨ। ਜੀਵ ਨੂੰ ਚਾਹੀਦਾ ਹੈ ਕਿ ਆਪਣੇ ਮਨ ਵਿੱਚ ਵਿਚਾਰ ਕਰੇ ਕਿ ਭਾਵੇਂ ਮੈਂ ਦੁਨੀਆ ਦੇ ਵਿੱਚ ਗੁਣਵਾਨ ਹਾਂ, ਲੋਕਾਂ ਨੂੰ ਕਰਤਵੈ ਦਿਖਾ ਕੇ ਮੋਹ ਲੈਂਦਾ ਹਾਂ, ਪਰੰਤੂ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਨੂੰ ਪ੍ਰਸੰਨ ਕਰਨ ਲਈ ਮੈਂ ਕੋਈ ਗੁਣ ਨਹੀਂ ਪ੍ਰਾਪਤ ਕੀਤਾ, ਤੇ ਮੇਰੇ ਹਿਰਦੇ ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਇਹ ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ। ਅੰਗ 750 ਹੈ। ਅਵਗਣ ਹੀ ਭਰਪੂਰ ਹਨ ਤੇ ਗੁਣ ਹੋ ਉਸ ਪ੍ਰਮਾਤਮਾ ਦੀ ਚਰਨਾਂ ਨਾਲ ਮੇਰਾ ਮਿਲਾਪ ਕਿਸ ਤਰ੍ਹਾਂ ਹੋਵੇਗਾ? ਕਿਉਂਕਿ ਕੰਤ ਵਾਹਿਗੁਰੂ ਨੇ ਤਾਂ ਸ਼ੁਭ ਗੁਣ ਦੇਖ ਕੇ ਹੀ ਪ੍ਰਸੰਨ ਹੋਣਾ ਹੈ। ਤਾਂ ਤੇ ਐਸੀ ਵਿਚਾਰ ਕਰਕੇ ਜੀਵ ਨੂੰ ਚਾਹੀਏ ਕਿ ਆਸੁਰੀ ਸੰਪਦਾ ਦੇ ਗੁਣਾਂ ਨੂੰ ਛੱਡ ਕੇ ਦੇਵੀ ਸੰਪਦਾ, ਇਹਨਾਂ ਦੋਹਾਂ ਦਾ ਵੇਰਵਾ ਅੱਗੇ ਇਸੇ ਪੁਸਤਕ ਵਿੱਚ ਆ ਜਾਏਗਾ। ਦੇ ਗੁਣਾਂ ਨੂੰ ਧਾਰਨ ਕਰੇ, ਮਨ ਨੂੰ ਨੀਵਾਂ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ ਔਰ ਸਵਈਆਂ ਵਿੱਚ ਰਚਿਆ ਹੋਇਆ ਚੌਥੇ ਪਾਤਸ਼ਾਹ ਜੀ ਦਾ ਇਹ ਸ਼ਬਦ 1406 ਅੰਗ ਤੇ ਐਸੀ ਬੇਨਤੀ ਕਰੇ ਕਿ हे ਪਾਤਸ਼ਾਹ ਜੀ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ, ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਇਤਿਆਦਿਕ ਬੇਨਤੀ ਕਰਕੇ ਸਤਿਗੁਰੂ ਦੇ ਚਰਨਾਂ ਦਾ ਪਿਆਰਾ ਤੇ ਸਤਿਗੁਰੂ ਜੀ ਦੇ ਉਪਦੇਸ਼ਾਂ ਦਾ ਗੁਣ ਗ੍ਰਾਹੀ ਹੋ ਕੇ ਜਨਮ ਸਫਲਾ ਕਰੇ। ਜੇ ਐਸਾ ਨਹੀਂ ਕਰਦਾ ਤਾਂ ਗੁਰੂ ਜੀ ਦੇ ਇਸ ਹੁਕਮ ਅਨੁਸਾਰ ਜੋ ਸ੍ਰੀ ਰਾਗ ਪਹਿਰੇ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਪਾਵਨ ਅੰਗ 76 ਤੇ ਦਰਜ ਹੈ। ਅੱਖੀ ਅੰਧ ਜੀਬ ਰਸ ਨਾਹੀ ਰਹੇ ਪਰਾਕੋ ਤਾਣਾ, ਗੁਣ ਅੰਤਰ ਨਾਹੀ ਕਿਉ ਸੁਖ ਪਾਵੈ, ਮਨਮੁਖ ਆਵਣ ਜਾਣਾ। ਵਾਹਿਗੁਰੂ ਨਾਮ ਦੇ ਸੱਚੇ ਗੁਣ ਤੋਂ ਬਿਨਾਂ ਸੱਚੇ ਅਬਿਨਾਸੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਇਸ ਗੁਣ ਤੋਂ ਬਿਨਾਂ ਜੀਵ ਜਨਮ ਮਰਨ ਦੇ ਗੇੜ ਵਿੱਚ ਰਹਿੰਦਾ ਹੈ। ਤੇ ਜੇ ਗੁਣ ਪ੍ਰਾਪਤ ਕਰ ਲਵੇਗਾ ਤਾਂ ਵਾਹਿਗੁਰੂ ਦੀ ਦਰਗਾਹ ਵਿੱਚ ਇੱਜ਼ਤ ਪਾਵੇਗਾ। ਜੈਸਾ ਕਿ ਗੁਰੂ ਜੀ ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਪਾਵਨ ਅੰਗ 76 ਤੇ ਫਰਮਾਉਂਦੇ ਹਨ, ਗੁਣ ਸੰਜਮ ਜਾਵੈ ਚੋਟ ਨਾ ਖਾਵੈ, ਨਾ ਤਿਸ ਜੰਮਣ ਮਰਣਾ, ਕਾਲ ਜਾਲ ਜਮ ਜੋਹਿ ਨ ਸਾਕੈ, ਭਾਏ ਭਗਤ ਪੈ ਤਰਣਾ, ਪਤ ਸੇਤੀ ਜਾਵੈ ਸਹਿਜ ਸਮਾਵੈ, ਸਗਲੇ ਦੁਖ ਮਿਟਾਵੈ, ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੈ। ਸੋ ਜੀਵ ਨੂੰ ਚਾਹੀਦਾ ਕਿ ਸ਼ੁਭ ਗੁਣ ਸੰਗ੍ਰਹਿ ਕਰਕੇ ਮਨੁੱਖਾ ਜਨਮ ਨੂੰ ਸਫਲਾ ਕਰੇ। ਇੱਥੇ ਇਸ ਸਰਲੇਖ ਦੀ ਸਮਾਪਤੀ ਤੇ ਭਗਤ ਜੀ ਬੜਾ ਹੀ ਪਿਆਰਾ ਬੈਂਤ ਲਿਖਦੇ ਹਨ। ਆਓ ਇਸ ਬੈਂਤ ਦੀਆਂ ਕੋਈ 8 ਕੁ ਲਾਈਨਾਂ ਪੰਕਤੀਆਂ ਹਨ। ਅਸੀਂ ਸਾਰੇ ਹੀ ਇਸ ਬੈਂਤ ਦੀ ਜੋ ਵੀ
ਸਰਲੇਖ ਹੈ, ਜੋ ਵੀ ਵਿਖਿਆਨ ਹੈ, ਬੜੇ ਪਿਆਰ ਨਾਲ ਸਰਵਣ ਕਰੀਏ, ਧਿਆਨ ਦੇਣਾ। ਗੁਣੀ ਜੀਵ ਦੇ ਸਦਾ ਜਹਾਨ ਅੰਦਰ, ਗੁਣੀ ਜੀਵ ਦੇ ਸਦਾ ਜਹਾਨ ਅੰਦਰ, ਬਿਨਾ ਗੁਣਾ ਨਾ ਪੁੱਛਦਾ ਬਾਤ ਕੋਈ, ਬਿਨਾ ਗੁਣਾ ਨਾ ਪੁੱਛਦਾ ਬਾਤ ਕੋਈ। ਗੁਣਵਾਨ ਦੀ ਕਦਰ ਸੰਸਾਰ ਅੰਦਰ, ਸੱਚੇ ਗੁਣਾ ਵਾਲੇ ਮਿਲੇ ਦਰ ਢੋਈ। ਗੁਣਾ ਵਾਲਿਆਂ ਮਿਲਦੇ ਤਾਜ ਤਖਤ, ਸਭ ਆਗਿਆ ਉਹਨਾਂ ਦੀ ਵਿੱਚ ਹੋਈ। ਸ੍ਰੇਸ਼ਟ ਗੁਣਾ ਨੂੰ ਸੰਗ੍ਰਹਿ ਕਰਨ ਜਿਹੜੇ, ਭਗਤ ਚੁੰਮਦੀ ਚਰਨ ਹੈ ਆਪ ਲੋਈ। ਸ੍ਰੇਸ਼ਟ ਗੁਣਾ ਨੂੰ ਸੰਗ੍ਰਹਿ ਕਰਨ ਜਿਹੜੇ, ਭਗਤ ਚੁੰਮਦੀ ਚਰਨ ਹੈ ਆਪ ਲੋਈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।